ਧੰਨ ਵਾਹਿਗੁਰੂ ਸਾਹਿਬ ਜੀ। ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਅਨਦਿਨ ਨਾਮ ਧਿਆਈਐ, ਸਹਿਜੇ ਨਾਮ ਸਮਾਏ। ਅੰਦਰ ਰਚੈ ਹਰ ਸਚ ਸਿਉ, ਰਸਨਾ ਹਰ ਗੁਣ ਗਾਏ। ਭਾਈ ਰੇ ਜਗ ਦੁਖੀਆ ਦੂਜੈ ਭਾਈ, ਗੁਰ ਸਰਣਾਈ ਸੁਖ ਲਹੀ। ਅਨਦਿਨ ਨਾਮ ਧਿਆਈ। ਗੁਰੂ ਦੇ ਪਿਆਰਿਓ, ਪਰਮਾਤਮਾ ਦਾ ਨਾਮ ਸੁੱਖਾਂ ਦਾ ਸਮੁੰਦਰ ਹੈ, ਪਰ ਇਹ ਮਿਲਦਾ ਹੈ ਗੁਰੂ ਦੀ ਸ਼ਰਨ ਪਿਆ। ਪ੍ਰਭੂ ਨਾਮ ਦੀ ਰਾਹੀਂ ਆਤਮਿਕ ਅਡੋਲਤਾ ਵਿੱਚ ਲੀਨ ਹੋ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਜੀਵ ਨਾਲ ਹਰੀ ਦੇ ਗੁਣ ਗਾ ਕੇ ਹਿਰਦਾ ਸਦਾ ਪ੍ਰਭੂ ਨਾਲ ਇਕਮਿਕ ਹੋ ਜਾਂਦਾ ਹੈ। ਗੁਰਮੁਖ ਜਨੋਂ ਪਰਮਾਤਮਾ ਨੂੰ ਭੁਲਾ ਕੇ ਮਾਇਆ ਆਦਿਕ ਹੋਰ ਪਿਆਰ ਵਿੱਚ ਪੈ ਕੇ ਸੰਸਾਰ ਦੁਖੀ ਹੋ ਰਿਹਾ ਹੈ। ਗੁਰੂ ਦੀ ਸ਼ਰਨ ਪੈ ਕੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ। ਨਾਮ ਧਿਆਨ ਨਾਲ ਸੁਖ ਮਿਲੇਗਾ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸੁਖਮਨੀ ਸਾਹਿਬ ਦੇ 11 ਅਸ਼ਟਪਦੀਆਂ ਦੇ 4 ਪਦਿਆਂ ਤੇ ਵਿਚਾਰ ਹੋਈ। 5ਵੇਂ ਪਦੇ ਤੋਂ ਲੈ ਕੇ 8ਵੇਂ ਪਦੇ ਤੱਕ ਵਿਚਾਰ ਆਰੰਭ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਕਾ ਬਲ ਨਾਹੀਂ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਆਗਿਆਕਾਰੀ ਬਪੁਰਾ ਜੀਉ, ਜੋ ਤਿਸ ਭਾਵੈ ਸੋਈ ਪੁਨ ਥੀਉ। ਕਬਹੂ ਊਚ ਨੀਚ ਮਹਿ ਬਸੈ, ਕਬਹੂ ਸੋਗ ਹਰਖ ਰੰਗ ਹਸੈ। ਕਬਹੂ ਨਿੰਦ ਚਿੰਦ ਬਿਵਹਾਰ, ਕਬਹੂ ਊਂਭ ਆਕਾਸ ਪਿਆਲ। ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨ ਹਾਰ। ਸ਼ਬਦਾਰਥ। ਇਸ ਕਾ ਯਾਨੀ ਇਸ ਜੀਵ ਦਾ, ਨਾਥ ਯਾਨੀ ਮਾਲਕ ਵਾਹਿਗੁਰੂ ਅਕਾਲ ਪੁਰਖ। ਆਗਿਆਕਾਰੀ ਯਾਨੀ ਹੁਕਮੀ ਬੰਦਾ, ਹੁਕਮ ਵਿੱਚ ਚੱਲਣ ਵਾਲਾ। ਬਪੁਰਾ ਯਾਨੀ ਵਿਚਾਰਾ। ਹੁਣ ਯਾਨੀ ਫੇਰ। ਥੀਓ ਯਾਨੀ ਹੁੰਦਾ ਹੈ। ਕਬ ਹੂੰ ਯਦੀ ਕਦੀ। ਹਰਖ ਯਾਨੀ ਖੁਸ਼ੀ। ਚਿੰਦ ਯਾਨੀ ਚਿੰਤਾ। ਊਭ ਯਾਨੀ ਉੱਚਾ। ਪਿਆਲ ਯਾਨੀ ਪਤਾਲ। ਬੇਤਾ ਯਾਨੀ ਜਾਣਨ ਵਾਲਾ। ਇਸ ਕਾ ਬਲ ਨਾਹੀਂ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ। ਇਸ ਜੀਵ ਦਾ ਜ਼ੋਰ ਇਸ ਦੇ ਆਪਣੇ ਹੱਥ ਵਿੱਚ ਨਹੀਂ ਹੈ। ਸਭ ਕੁਛ ਕਰਨ ਕਰਾਉਣ ਵਾਲਾ, ਸਭ ਦਾ ਮਾਲਕ ਪਰਮਾਤਮਾ ਆਪ ਹੀ ਹੈ।
ਆਗਿਆਕਾਰੀ ਬਪੁਰਾ ਜੀਓ। ਜੋ ਤਿਸ ਭਾਵੈ ਸੋਈ ਪੁਨ ਥੀਓ। ਇਹ ਜੀਵ ਵਿਚਾਰਾ ਤਾਂ ਹੁਕਮੀ ਬੰਦਾ ਹੈ। ਉਸ ਪਰਮਾਤਮਾ ਨੂੰ ਜੋ ਭਾਉਂਦਾ ਹੈ ਸੋਈ ਹੁੰਦਾ ਹੈ। ਕਬਹੂ ਊਚ ਨੀਚ ਮਹਿ ਬਸੈ, ਕਬਹੂ ਸੋਗ ਹਰਖ ਰੰਗ ਹਸੈ। ਇਹ ਜੀਵ ਕਦੀ ਉੱਚੀ ਅਤੇ ਕਦੀ ਨੀਵੀਂ ਦਸ਼ਾ ਵਿੱਚ ਵਸਦਾ ਹੈ ਅਤੇ ਕਦੇ ਗਮੀ ਤੇ ਕਦੀ ਖੁਸ਼ੀ ਦੇ ਰੰਗਾਂ ਵਿੱਚ ਹੱਸਦਾ ਹੈ। ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਂਭ ਆਕਾਸ ਪਿਆਲ। ਕਦੀ ਇਸ ਜੀਵ ਦਾ ਪਰਾਈ ਨਿੰਦਿਆ ਤੇ ਚਿੰਤਾ ਵਾਲਾ ਵਿਹਾਰ ਹੁੰਦਾ ਹੈ। ਕਦੀ ਇਹ ਉੱਚਾ ਆਕਾਸ਼ ਵਿੱਚ ਚੜ੍ਹ ਜਾਂਦਾ ਹੈ ਤੇ ਕਦੀ ਨੀਵਾਂ ਪਤਾਲ ਵਿੱਚ ਡਿੱਗ ਪੈਂਦਾ ਹੈ। ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ। ਕਦੀ ਇਹ ਬ੍ਰਹਮ ਦੀ ਵਿਚਾਰ ਦੇ ਜਾਣਨ ਵਾਲਾ ਹੁੰਦਾ ਹੈ। ਗੁਰੂ ਜੀ ਫਰਮਾਉਂਦੇ ਹਨ ਕਿ ਆਪਣੇ ਨਾਲ ਇਸ ਨੂੰ ਮਿਲਣ ਵਾਲਾ ਪਰਮਾਤਮਾ ਆਪ ਹੀ ਹੈ। ਤਾਤਪਰਯ ਇਹ ਹੈ, ਇਸ ਜੀਵ ਦੇ ਆਪਣੇ ਹੱਥ ਵੱਸ ਕੁਛ ਨਹੀਂ ਹੈ। ਪਰਮਾਤਮਾ ਜੋ ਸਭ ਦਾ ਮਾਲਕ ਹੈ, ਸਭ ਕਰਨਾ ਕਰਾਉਣਾ ਉਸ ਦੇ ਹੁਕਮ ਅੰਦਰ ਹੈ। ਇਹ ਜੀਵ ਵਿਚਾਰਾ ਤਾਂ ਕਦੀ ਕੁਛ ਚੰਗਾ ਸੋਚਦਾ ਹੈ ਤੇ ਕਦੀ ਕੁਛ ਮੰਦਾ, ਕਦੀ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ ਤੇ ਕਦੀ ਗਮੀ ਨਾਲ ਨਿਡਾਲ ਹੋ ਜਾਂਦਾ ਹੈ ਅਤੇ ਕਦੀ ਬ੍ਰਹਮ ਦੀ ਵਿਚਾਰ ਕਰਨ ਲੱਗ ਜਾਂਦਾ ਹੈ। ਪਰਮਾਤਮਾ ਜਿਸ ਨੂੰ ਚਾਹੇ ਆਪਣੀ ਸਿਫਤ ਸਲਾਹ ਦੁਆਰਾ ਆਪਣੇ ਨਾਲ ਮੇਲ ਲੈਂਦਾ ਹੈ। ਉਹ ਆਪ ਹੀ ਆਪਣੇ ਨਾਲ ਅਭੇਦ ਕਰਨ ਵਾਲਾ ਹੈ। ਕਬਹੂ ਨਿਰਤ ਕਰੈ ਬਹੁ ਭਾਤ, ਕਬਹੂ ਸੋਏ ਰਹਿ ਦਿਨ ਰਾਤ। ਕਬਹੂ ਮਹਾ ਕਰੋਧ ਵਿਕਰਾਲ, ਕਬਹੂ ਸਰਬ ਕੀ ਹੋਤ ਰਵਾਲ। ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ। ਕਬਹੂ ਅਪਕਿਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ। ਜਿਉ ਪ੍ਰਭ ਰਾਖੈ ਤਿਵਹਿ ਰਹੈ, ਗੁਰ ਪ੍ਰਸਾਦ ਨਾਨਕ ਸਚ ਕਹੈ। ਸ਼ਬਦਾਰਥ ਨਿਰਤ ਯਾਨੀ ਨਾਚ, ਵਿਕਰਾਲ ਯਾਨੀ ਭਿਆਨਕ, ਰਵਾਲ ਯਾਨੀ ਚਰਨ ਧੂੜ, ਸਾਜਾ ਯਾਨੀ ਸਾਜ, ਬਾਣਾ ਬਣਾ ਲੈਂਦਾ ਹੈ। ਅਪਕੀਰਤ ਯਾਨੀ ਨਿੰਦਿਆ, ਗੁਰ ਪ੍ਰਸਾਦ ਯਾਨੀ ਗੁਰੂ ਦੀ ਕਿਰਪਾ ਨਾਲ। ਕਬਹੂ ਨਿਰਤ ਕਰੈ ਬਹੁ ਭਾਤ, ਕਬਹੂ ਸੋਏ ਰਹਿ ਦਿਨ ਰਾਤ। ਕਦੇ ਇਹ ਜੀਵ ਬਹੁਤ ਤਰ੍ਹਾਂ ਦਾ ਨਾਚ ਕਰਦਾ ਹੈ ਮਾਇਆ ਦੇ ਵਿਹਾਰਾਂ ਵਿੱਚ, ਕਦੇ ਦਿਨ ਰਾਤ ਸੁੱਤਾ ਹੀ ਰਹਿੰਦਾ ਹੈ ਪਰਮਾਤਮਾ ਦੇ ਭਜਨ ਸਿਮਰਨ ਵੱਲੋਂ। ਕਬਹੂ
महाक्रोध विकराल, कब हूँ सरब की होत रवाल। कदे बहुत भयानक क्रोधवान ਹੁੰਦਾ ਹੈ ਹਉਮੈ ਦੇ ਰੋਗ ਕਰਕੇ। ਕਦੇ ਸਾਰਿਆਂ ਦੀ ਚਰਨ ਧੂੜੀ ਹੁੰਦਾ ਹੈ ਆਪਣੇ ਮਤਲਬ ਵਾਸਤੇ। ਕਬ ਹੂੰ ਹੋਏ ਬਹਿ ਬੜ ਰਾਜਾ, ਕਬ ਹੂੰ ਭੇਖਾਰੀ ਨੀਚ ਕਾ ਸਾਜਾ। ਕਦੇ ਵੱਡਾ ਰਾਜਾ ਬਣ ਬੈਠਦਾ ਹੈ ਆਪਣੀ ਵਡਿਆਈ ਦੀ ਹਉਮੈ ਵਿੱਚ, ਕਦੇ ਮੰਗਤਾ ਬਣ ਕੇ ਨੀਚਾ ਦਾ ਬਾਣਾ ਬਣਾ ਲੈਂਦਾ ਹੈ ਜਦੋਂ ਕੋਈ ਵਸ ਨਾ ਚੱਲੇ। ਕਬ ਹੂੰ ਅਪਕੀਰਤ ਮਹਿ ਆਵੈ, ਕਬ ਹੂੰ ਭਲਾ ਭਲਾ ਕਹਾਵੈ। ਕਦੇ ਨਿੰਦਿਆ ਕਰਨ ਵਿੱਚ ਆ ਜਾਂਦਾ ਹੈ ਖੋਟੇ ਕੰਮ ਕਰਕੇ, ਕਦੇ ਚੰਗਾ ਅਖਵਾਉਣ ਲੱਗ ਪੈਂਦਾ ਹੈ ਨੇਕ ਕੰਮ ਕਰਕੇ। ਜਿਉ ਪ੍ਰਭੂ ਰਾਖ ਹੈ ਤਿਵ ਹੀ ਰਹੈ, ਗੁਰ ਪ੍ਰਸਾਦ ਨਾਨਕ ਸਚ ਕਹਿ। ਜਿਸ ਤਰ੍ਹਾਂ ਪਰਮਾਤਮਾ ਰੱਖੇ ਉਸੇ ਤਰ੍ਹਾਂ ਇਹ ਰਹਿੰਦਾ ਹੈ। ਗੁਰੂ ਦੀ ਕਿਰਪਾ ਨਾਲ ਨਾਨਕ ਇਹ ਸੱਚੀ ਵਾਰਤਾ ਕਹਿੰਦਾ ਹੈ। ਤਾਤਪਰਯ ਇਹ ਹੈ, ਇਸ ਪੌੜੀ ਵਿੱਚ ਜੀਵ ਦੇ ਮਨ ਦੀ ਅਵਸਥਾ ਦਾ ਵਰਣਨ ਹੈ। ਕਦੀ ਇਹ ਮਾਇਆ ਇਕੱਠੀ ਕਰਨ ਵਾਸਤੇ ਕਈ ਤਰ੍ਹਾਂ ਦੇ ਨਾਚ ਕਰਦਾ ਹੈ, ਕਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਰਹਿੰਦਾ ਹੈ, ਕਦੀ ਹੰਕਾਰ ਵਿੱਚ ਆਣ ਕੇ ਵੱਡਾ ਬਣ ਬੈਠਦਾ ਹੈ ਤੇ ਕਦੇ ਨਿਮਰਤਾ ਧਾਰਨ ਕਰਕੇ ਆਪਣੇ ਆਪ ਨੂੰ ਸਭ ਦੀ ਖਾਕ ਸਮਝਦਾ ਹੈ। ਕਦੀ ਰਾਜਿਆਂ ਦੀ ਤਰ੍ਹਾਂ ਲੋਕਾਂ ਨੂੰ ਦਾਨ ਕਰਨ ਲੱਗ ਪੈਂਦਾ ਹੈ ਅਤੇ ਕਦੀ ਮੰਗਤਿਆਂ ਵਾਂਗੂ ਲੋਕਾਂ ਤੇ ਮੰਗਣ ਲੱਗ ਪੈਂਦਾ ਹੈ। ਕਦੇ ਬੁਰੇ ਕਰਮ ਕਰਕੇ ਲੋਕਾਂ ਦੀ ਨਿੰਦਿਆ ਵਿੱਚ ਆ ਜਾਂਦਾ ਹੈ ਅਤੇ ਕਦੀ ਚੰਗੇ ਕਰਮ ਕਰਕੇ ਲੋਕਾਂ ਤੋਂ ਚੰਗਾ ਅਖਵਾਉਂਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਇਸ ਵਿਚਾਰੇ ਦੀ ਕੀ ਵਸ ਹੈ। ਜਿਸ ਹਾਲਤ ਵਿੱਚ ਪਰਮਾਤਮਾ ਇਸ ਨੂੰ ਰੱਖਦਾ ਹੈ ਉਸੇ ਵਿੱਚ ਹੀ ਰਹਿੰਦਾ ਹੈ। ਕਾਠ ਕੀ ਪੁਤਰੀ ਕਹਾਂ ਕਰੈ, ਬਪੁਰੀ ਖਿਲਾਵਣ ਹਾਰੋ ਜਾਣੈ। ਜੈਸਾ ਭੇਖ ਕਰਾਵੈ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਕਬ ਹੂੰ ਹੋਏ ਪੰਡਤ ਕਰੇ ਬਖਿਆਨ, ਕਬ ਹੂੰ ਮੋਨ ਧਾਰੀ ਲਾਵੈ ਧਿਆਨ। ਕਬ ਹੂੰ ਤਟ ਤੀਰਥ ਇਸਨਾਨ, ਕਬ ਹੂੰ ਸਿੱਧ ਸਾਧਕ ਮੁਖ ਗਿਆਨ। ਕਬ ਹੂੰ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆਂ। ਨਾਨਾ ਰੂਪ ਜਿਉ ਸਵਾਂਗੀ ਦਿਖਾਵੈ, ਜੋ ਪ੍ਰਭ ਪਾਵੈ ਤਿਵੈ ਨਚਾਵੈ। ਜੋ ਤਿਸ ਪਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਇ। ਸ਼ਬਦਾਰਥ। ਤਟ यानी किनारा, साधक यानी साधना करन वाला, हस्त यानी हाथी, पतंग यानी उड़न वाला, भंबट कीड़ा।
भरमियाँ यानी भरमाया होया, नाना यानी अनेक प्रकार दे, स्वांगी यानी स्वांग धारण वाला। कब हूँ होए पंडित करे बखियान, कब हूँ मौन तारी लावे ਧਿਆਨ। कदी यह जीव पंडित होके ज्ञान का उपदेश करता है, कदी चुप धारण करके समाधियां लाउंदा है। कब हूँ तट तीरथ इस्नान, कब हूँ सिद्ध साधक मुख ज्ञान। कदी तीर्थां दे किनारियां ते इस्नान करता है, कदी सिद्ध हो के साधकां नूं मूहों साधना करन दा ज्ञान उपदेश दिंदा है। कब हूँ कीट हस्त पतंग होए जिया, अनक जोन भर मैं भरमियाँ। कदी यह कीड़ी ते पतंग आदक जीव हुंदा है, अर्थात इन्हां जूनां नूं भोगदा फिरदा है। इस तरह अज्ञान करके भरम दा भरमाया होया अनेक जूनां विच भरमदा रहिंदा है। नाना रूप जियो सवांगी दिखावै, जियो प्रभ भावै तिवै नचावै। सांग धारण वाले सवांगी अनेक तरह के रूप धारण करके विखाउंदा है। जिवें प्रभु नूं भाउंदा है, उसे तरह ही इसनूं नचाउंदा है। जो तिस भावै सोई होए, नानक दूजा और ना कोई। जो उस परमात्मा नूं भाउंदा है ਉਹੀ ਹੁੰਦਾ है। गुरु जी कहते हैं होर कोई दूजा इस तरह का नहीं है जिस दी इच्छा अनुसार सब कुछ होंदा होवे। तात्पर्य यह है, यह जीव कदी ज्ञानवान उपदेशक बन जाता है, कदी समाधियां ला बैठता है, कदी तीर्थां दे इस्नान करता फिरदा है, ते कदी सिद्ध होके साधना करन दा उपदेश करता है। कदी 84 लाख जूना दे गेड़ विच पै के निकलिया कई प्रकार दे रूप धारण करता है, पर इस दे अपने वस कुछ नहीं है। इस दे कर्मां अनुसार इसनूं सब कुछ परमात्मा भुगताउंदा है। परमात्मा दी इच्छा सब तो प्रबल है। कब हूँ साध संगत एहो पावै, उस अस्थान ते बहुर ना आवै। अंतर होए ज्ञान परगास, उस अस्थान का नहीं विनाश। मन तन नाम रते इक रंग, सदा बसे पार ब्रह्म कै संग। जियो जल में जल आए खटाना, त्यो ज्योति संग ज्योत समाना। मिट गए गवन पाए विश्राम, नानक प्रभ कै सदकुरबान। शब्दार्थ एहो यानी यह जीव, अस्थान यानी थां ठिकाना, विनाश यानी नाश, खटाना यानी मिल जाना समा जाना, गवन यानी
ਆਉਣਾ ਜਾਣਾ, ਜੰਮਣ ਮਰਨ। ਕਬਹੁ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ। ਕਦੀ ਇਹ ਜੀਵ ਸਾਧ ਸੰਗਤ ਵਿੱਚ ਪ੍ਰਾਪਤ ਹੁੰਦਾ ਹੈ, ਉਸ ਥਾਂ ਤੋਂ ਫਿਰ ਵਾਪਸ ਨਹੀਂ ਆਉਂਦਾ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਕਿਉਂਕਿ ਇਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਸ ਗਿਆਨ ਅਵਸਥਾ ਦਾ ਨਾਸ ਨਹੀਂ ਹੁੰਦਾ। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਰ ਬ੍ਰਹਮ ਕੈ ਸੰਗ। ਜਿਨ੍ਹਾਂ ਦੇ ਮਨ ਤੇ ਤਨ ਸਰੀਰ ਦੋਵੇਂ ਹੀ ਇੱਕ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ, ਉਹ ਸਦਾ ਹੀ ਪਰਮਾਤਮਾ ਦੇ ਰੰਗ ਵਿੱਚ ਵਸਦੇ ਹਨ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਆ ਕੇ ਮਿਲ ਜਾਂਦਾ ਹੈ, ਉਸ ਤਰ੍ਹਾਂ ਜੋਤੀ ਪਰਮੇਸ਼ਰ ਨਾਲ ਜੋਤ, ਇਹ ਜੋਤ ਸਮਾ ਜਾਂਦੀ ਹੈ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਇਸ ਜੀਵ ਦੇ ਜੰਮਣ ਮਰਨ ਦੇ ਗੇੜ ਮੁੱਕ ਜਾਂਦੇ ਹਨ ਤੇ ਇੱਕ ਥਾਂ ਟਿਕਾਓ ਪਾ ਲੈਂਦਾ ਹੈ। ਗੁਰੂ ਜੀ ਫਰਮਾਉਂਦੇ ਹਨ, ਐਸੇ ਜੋਤੀ ਸਰੂਪ ਵਾਹਿਗੁਰੂ ਤੋਂ ਸਦਾ ਬਲਿਹਾਰ ਜਾਈਏ। ਤਾਤਪਰਯ ਇਹ ਹੈ, ਸਤ ਸੰਗਤ ਵਿੱਚ ਮਿਲ ਕੇ ਬੈਠਣ ਨਾਲ, ਸੱਚ ਦਾ ਉਪਦੇਸ਼ ਸੁਣ ਕੇ ਮਨ ਟਿਕ ਕੇ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਇਸ ਅਵਸਥਾ ਵਿੱਚ ਜੀਵ ਦੇ ਹਿਰਦੇ ਅੰਦਰ ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਹੈ ਅਤੇ ਜੰਮਣ ਮਰਨ ਦੀ ਅਵਸਥਾ ਮਿਟ ਜਾਂਦੀ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ, ਗੁਰਬਾਣੀ ਨਾਲ ਜੁੜੀਏ, ਗੁਰੂ ਦੀ ਉਪਮਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।